ਜਿਚਰ ਘਟ ਅੰਤਰ ਹੈ ਸਾਸਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ। ਜਿਚਰ ਘਟ ਅੰਤਰ ਹੈ ਸਾਸਾ। ਇਕ ਪਲ ਖਿਨ ਵਿਸਰਹਿ ਤੂੰ ਸੁਆਮੀ। ਜਾਣਉ ਬਰਸ 50 ਹਮ ਮੂੜ ਮੁਗਧ ਸਦਾ ਸੇ ਭਾਈ। ਗੁਰ ਕੈ ਸ਼ਬਦ ਪ੍ਰਗਾਸਾ। ਹਰ ਜੀਉ ਤੁਮ ਆਪੇ ਦੇਹ ਬੁਝਾਈ। ਹਰ ਜੀਉ ਤੁਧ ਵਿਟਹੁ ਵਾਰਿਆ ਸਦਹੀ। ਤੇਰੇ ਨਾਮ ਵਿਟਹੁ ਬਲ ਜਾਈ। ਰਹਾਉ ਹਮ ਸ਼ਬਦ ਮੁਏ ਸ਼ਬਦ ਮਾਰ ਜਿਵਾਲੇ ਭਾਈ। ਸ਼ਬਦ ਹੀ ਮੁਕਤ ਪਾਈ। ਸ਼ਬਦੇ ਮਨ ਤਨ ਨਿਰਮਲ ਹੋਆ। ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ। ਹਰ ਸਿਉ ਰਿਹਾ ਸਮਾਈ। ਸ਼ਬਦ ਨਾ ਜਾਣਹਿ ਸੇ ਅੰਨੇ ਬੋਲੇ। ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਜੰਮਹਿ ਵਾਰੋ ਵਾਰਾ ਬਿਸਟਾ ਕੇ ਕੀੜੇ। ਬਿਸਟਾ ਮਾਹਿ ਸਮਾਣੇ ਮਨ ਮੁਖ ਮੁਗਧ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ। ਤਿਸ ਬਿਨ ਅਵਰ ਨਾ ਕੋਈ। ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ। ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ। ਅਵਰ ਨਾ ਦੂਜਾ ਕੋਈ। ਜੋ ਧੁਰ ਲਿਖਿਆ ਸੋ ਕੋਈ ਨ ਮਿਟੈ ਭਾਈ। ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ। ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ,
ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਰਹਿਮਤ ਹੋਈ ਹੈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ। ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਬਹੁਤ ਹੀ ਗਹਿਰਾ ਫਿਲਾਸਫੀਕਲ ਬਚਨ ਹੈ, ਜਿੰਨਾ ਪੜ੍ਹਨ ਲਈ ਸਰਲ ਹੈ, ਅੱਖਰੀ ਅਰਥ ਵੀ ਉਹਨੇ ਕੀ ਸਰਲ ਲੱਗਦੇ ਨੇ। ਪਹਿਲਾਂ ਕਿਹੜੀ ਵੱਡੀ ਗੱਲ ਹੈ, ਆਗੈ ਸੁਖ ਮੇਰੇ ਮੀਤਾ, ਅੱਗੇ ਸੁਖ ਹੈ ਮੇਰੇ ਮਿੱਤਰਾ। ਪਿੱਛੇ ਪ੍ਰਭੂ ਨੇ ਆਨੰਦ ਹੀ ਕੀਤਾ। ਪ੍ਰਭੂ ਨੇ ਆਨੰਦ ਕੀਤਾ ਹੈ, ਪਰ ਚੇਤਾ ਸੁੱਖ ਦੇ ਪਿੱਛੋਂ ਆਨੰਦ ਆਉਂਦਾ ਹੈ। ਪਹਿਲਾਂ ਵਿਅਕਤੀ ਜੀ ਸੁੱਖ ਮਾਣਦਾ ਹੈ, ਸੁੱਖ ਦਾ ਅਨੁਭਵ ਹੁੰਦਾ ਹੈ। ਪਹਿਲਾਂ ਸੁੱਖ ਦਾ ਅਨੁਭਵ ਹੈ ਤੇ ਫਿਰ ਆਨੰਦ ਹੈ। ਬਹੁਤ ਚੰਗੇ ਥਾਂ 'ਤੇ ਬੈਠੇ ਹੋ ਤੇ ਅਨੁਭਵ ਸੁੱਖ ਦਾ ਨਾ ਹੋਵੇ ਤੇ ਆਨੰਦ ਨਹੀਂ ਹੈ। ਮੰਨ ਲਿਆ ਆਪਾਂ ਇੱਥੇ ਬੈਠੇ ਆ, ਧਾਰਮਿਕ ਤਰੀਕੇ ਦੇ ਨਾਲ ਸਭ ਤੋਂ ਚੰਗਾ ਥਾਂ ਸਤ ਸੰਗਤ ਮੰਨਿਆ ਜਾਂਦਾ ਹੈ। ਪਰਿਵਾਰਕ ਤੌਰ 'ਤੇ ਅਸੀਂ ਆਪਣੇ ਘਰ ਬੈਠੇ ਹੋਈ, ਆਪਣੇ ਮੰਜੇ 'ਤੇ ਆਪਣੇ ਬਿਸਤਰ 'ਤੇ ਬੈਠੇ ਹੋ, ਥਾਵਾਂ ਚੰਗਾ ਮੰਨਿਆ ਜਾਂਦਾ ਹੈ। ਦੁਨਿਆਵੀ ਤੌਰ 'ਤੇ ਸਾਡੇ ਕੋਲ ਸੁੱਖ ਸਹੂਲਤਾਂ ਧਨ ਹੋਵੇ, ਪਦਾਰਥ ਹੋਵਣ, ਚੰਗਾ ਮੰਨਿਆ ਜਾਂਦਾ ਹੈ। ਸਭ ਕੁਝ ਤੰਦਰੁਸਤੀ ਹੋਵੇ, ਸਭ ਕੁਝ ਹੋਵੇ, ਅਸੀਂ ਕਹਾਂਗੇ ਚੰਗਾ ਹੈ। ਪਰ ਜੇ ਅਸੀਂ ਮਨ ਕਰਕੇ ਉੱਥੇ ਸੁਖੀ ਹਾਂ ਤਾਂ ਤੇ ਅਸੀਂ ਉਹਨਾਂ ਚੀਜ਼ਾਂ ਦਾ ਉਹਨਾਂ ਦੇ ਵਿੱਚ ਰਹਿ ਕੇ ਆਨੰਦ ਮਨਾਵਾਂਗੇ। ਅਤੇ ਜੇ ਕਿਸੇ ਵੀ ਕਾਰਨ ਸਾਡੇ ਮਨ ਵਿੱਚ ਕੋਈ ਦੁੱਖ ਆ ਗਿਆ ਤੇ ਭਾਵੇਂ ਘਰ ਦੇ ਸਾਰੇ ਜੀ ਆਲੇ ਦੁਆਲੇ ਹੱਥ ਜੋੜ ਕੇ ਖੜੇ ਕਿਉਂ ਨਾ ਹੋਵਣ, ਖਾਣ ਪੀਣ ਦੇ ਪਦਾਰਥ ਲੈ ਕੇ ਖੜੇ ਹੋਵਣ, ਨੌਕਰ ਚਾਕਰ ਸੇਵਾ ਲਈ ਖੜੇ ਹੋਣ, ਦੁਨੀਆ ਭਰ ਦੇ ਸਹੂਲਤਾਂ ਕੋਲ ਹੋਣ, ਤੇ ਕੀ ਆਨੰਦ ਮਾਣਦੇ ਹਾਂ ਅਸੀਂ? ਨਤੀਜਾ ਨਹੀਂ, ਅਸੀਂ ਆਨੰਦ ਨਹੀਂ ਮਾਣ ਪਾਉਂਦੇ। ਕਿਉਂਕਿ ਆਨੰਦ ਮਾਣਨ ਵਾਸਤੇ ਜੋ ਪਹਿਲੀ ਸ਼ਰਤ ਹੈ ਉਹ ਹੈ ਸੁੱਖ। ਸੁੱਖ ਕਿੱਥੇ ਮਾਣਿਆ ਜਾਏਗਾ, ਇਹਦੇ ਵਾਸਤੇ ਹਰ ਇੱਕ ਵਿਅਕਤੀ ਦੀ ਆਪਣੀ ਆਪਣੀ ਮਾਨਸਿਕ ਪਕੜ ਅਵਸਥਾ ਹੁੰਦੀ ਹੈ। ਇੱਕ ਵਿਅਕਤੀ ਹੋ ਸਕਦਾ ਕਿਤੇ ਬਹੁਤ ਚੰਗੇ ਥਾਵਾਂ 'ਤੇ ਬੈਠਾ ਸੁਖੀ ਹੈ, ਥੋੜ੍ਹੇ ਪਲ ਬਾਅਦ ਦੁਖੀ ਹੋ ਜਾਂਦਾ ਹੈ। ਭਗਤ ਜਨ ਹਰ ਵਕਤ ਸੁਖੀ ਰਹਿੰਦੇ ਨੇ, ਅਤੇ ਸਾਡੇ ਵਰਗੇ ਆਮ ਦੁਨਿਆਵੀ ਕਦੇ ਸੁਖੀ ਤੇ ਕਦੇ ਦੁਖੀ, ਕਦੇ ਦੁਖੀ ਕਦੇ ਦੁਖੀ। ਜਿਹੜੇ ਸਾਡੇ ਤੋਂ ਵੀ ਹੇਠਾਂ ਨੇ ਬਿਲਕੁਲ ਦੁਨਿਆਵੀ, ਉਹ ਸੁਖੀ ਹੁੰਦੇ ਹੀ ਨਹੀਂ। ਜਦੋਂ ਪੁੱਛੋ ਮਾਰੇ ਗਏ, ਜਦੋਂ ਪੁੱਛੋ ਲੁੱਟੇ ਗਏ, ਜਦੋਂ ਪੁੱਛੋ ਬੜਾ ਦੁਖੀ ਆ, ਬੜਾ ਦੁਖੀ ਆ। ਅਤੇ ਭਗਤ ਜਨਾਂ ਦੇ ਤਨ 'ਤੇ ਵੀ ਦੁੱਖ ਹੁੰਦਾ ਹੈ। ਕਈ ਵਾਰ ਘਰ 'ਚ ਗਰੀਬੀਆਂ ਵੀ ਹੁੰਦੀਆਂ, ਤਦ ਵੀ ਪੁੱਛੇ ਕੀ ਹੈ, ਕਹਿੰਦੇ ਸੁਖੀ ਹੈ। ਦਰਅਸਲ ਆਨੰਦ ਆਉਂਦਾ ਹੀ ਉਦੋਂ ਹੈ ਜਦੋਂ ਸੁੱਖ ਹੋਵੇ। ਗੁਰਸਿੱਖ ਨੇ ਇੱਥੇ ਪਹੁੰਚਣਾ ਹੈ। ਜੋ ਕੁਛ ਵੀ ਮੇਰੇ ਗੁਰੂਦੇਵ ਨੇ ਮੇਰੇ ਲਈ ਕੀਤਾ ਉਹ ਸੁੱਖ ਹੈ, ਆਨੰਦ ਹੈ। ਆਗੈ ਸੁਖ ਮੇਰੇ ਮੀਤਾ, ਜਿਹੜਾ ਕਹਿੰਦਾ ਹੈ ਅੱਗੇ ਹੀ ਸੁੱਖ ਹੈ, ਸੁੱਖ ਹੀ ਸੁੱਖ ਹੈ। ਅਤੇ ਜਦੋਂ ਅੱਗੇ ਹੀ ਸੁੱਖ ਹੈ, ਅੱਗੇ ਹੀ ਸੁੱਖ ਦਾ ਮਤਲਬ ਜੋ ਹੈ ਮੇਰੇ ਕੋਲ, ਫਿਊਚਰ 'ਚ ਪਤਾ ਨਹੀਂ ਨਾ ਕੀ ਹੋਣਾ ਹੈ। ਜੇ ਆਪਾਂ ਕਦੇ ਕਹਿੰਦੇ ਅੱਗੇ ਹੀ ਬਹੁਤ ਕੁਝ ਮਿਲਿਆ ਹੈ,
ਇਹ ਅੱਗੇ ਬਹੁਤ ਪੁਰਾਣਾ ਪੰਜਾਬੀ ਦਾ ਸ਼ਬਦ ਪਹਿਲਾਂ ਹੀ, ਇਹਦਾ ਆਖਰੀ ਅਰਥ ਹੈ ਪਹਿਲਾਂ ਹੀ। ਅਸੀਂ ਕਈ ਵਾਰ ਕਿਸੇ ਸੱਜਣ ਮਿੱਤਰ ਦੇ ਕੋਈ ਗੱਲਬਾਤ ਕਰੀਏ ਤੇ ਉਹ ਕਹਿੰਦਾ ਤੁਹਾਨੂੰ ਤਾਂ ਅੱਗੇ ਹੀ ਬੜਾ ਕੁਝ ਦਿੱਤਾ ਹੈ, ਅਤੇ ਜੇ ਵਡੇਰਾ ਹੋਵੇ ਤੁਸੀਂ ਕਹਿੰਦੇ ਮਹਾਰਾਜ ਤੁਸੀਂ ਅੱਗੇ ਹੀ ਬਹੁਤ ਕੁਝ ਦਿੱਤਾ ਹੈ। ਉਹ ਆਗੈ ਸੁਖ ਮੇਰੇ ਮੀਤਾ, ਅੱਗੇ ਹੀ ਸੁਖ ਮੇਰੇ ਮਿੱਤਰਾ, ਮੇਰੇ ਸਾਹਿਬ ਨੇ ਬਹੁਤ ਕੀਤਾ ਹੋਇਆ। ਹੁਣ ਜਦੋਂ ਉਹ ਸੁੱਖ ਅੱਗੇ ਹੀ ਮੇਰੇ ਕੋਲ ਬਹੁਤ ਹੈ, ਤੇ ਸੁੱਖ ਦੇ ਪਿੱਛੇ ਪਿੱਛੇ ਕੀ ਫਰਾਏਗਾ, ਕਹੇਗਾ ਹੁਣ ਕੀ ਹੈ, ਕਹਿਣਗਾ ਆਨੰਦ ਹੈ। ਇਸੇ ਕਰਕੇ ਗੁਰਸਿੱਖ ਜਦੋਂ ਵੀ ਕਿਤੇ ਪੁੱਛੀ ਵਰਤਮਾਨ ਵਿੱਚ ਕੀ ਹੈ, ਤੇ ਕਹਿਣਗਾ ਆਨੰਦ ਹੈ। ਅਸੀਂ ਤੁਸੀਂ ਹੋ ਸਕਦਾ ਕੁਝ ਵਾਧੇ ਘਾਟੇ ਦੇ ਜਵਾਬ ਦੇਵਾਂਗੇ, ਕਿਉਂਕਿ ਅਸੀਂ ਸਧਾਰਨ ਮਨੁੱਖ ਹਾਂ। ਪਰਿਵਾਰਕ ਤੌਰ 'ਤੇ ਸੰਸਾਰਕ ਤੌਰ 'ਤੇ ਵਾਧੇ ਘਾਟੇ ਦੇ ਆਪਣੇ ਆਪਣੇ ਤਰੀਕੇ ਦੱਸ ਦਿਆਂਗੇ, ਪਰ ਗੁਰਮਤਿ ਦੇ ਮੁਤਾਬਕ ਜੋ ਗੁਰਸਿੱਖੀ ਦਾ ਆਦਰਸ਼ ਹੈ, ਜੋ ਗੁਰਸਿੱਖੀ ਦਾ ਪਲੇਟਫਾਰਮ ਹੈ, ਜਿੱਥੇ ਸਿੱਖ ਨੇ ਖੜੇ ਹੋਣਾ, ਜਿੱਥੇ ਸਿੱਖ ਨੇ ਟਿਕਾਓ ਬਣਾਉਣਾ ਹੈ, ਉਹ ਕਹਿੰਦਾ ਅੱਗੇ ਬੜਾ ਸੁੱਖ ਹੈ। ਹੁਣ ਕੀ ਹਾਲ ਹੈ, ਹੁਣ ਆਨੰਦ ਹੈ। ਉਹ ਆਨੰਦ ਵਿੱਚ ਹੈ। ਭਾਵੇਂ ਉਹਦੇ ਸਾਹਮਣੇ ਆਰਾ ਰੱਖਿਆ ਹੋਵੇ, ਭਾਵੇਂ ਚਰਖੜੀ 'ਤੇ ਖੜਾ ਕੀਤਾ ਹੋਵੇ, ਭਾਵੇਂ ਬੰਦ ਕੱਟਣ ਲਈ ਖੜਾ ਕੀਤਾ ਹੋਵੇ, ਅਤੇ ਭਾਵੇਂ ਘਰ ਪਰਿਵਾਰ ਦੀ ਜ਼ਿੰਮੇਦਾਰੀਆਂ ਅਤੇ ਪਰੇਸ਼ਾਨੀਆਂ ਅਤੇ ਮਜਬੂਰੀਆਂ ਦੇ ਸਾਹਮਣੇ ਖਲੋਤਾ ਹੋਵੇ, ਫਿਰ ਵੀ ਗੁਰਸਿੱਖ ਕਹਿੰਦਾ ਹੈ ਆਨੰਦ ਹੈ। ਬਸ ਅਸਾਂ ਆਪਣੇ ਆਪ ਨੂੰ ਇੱਥੇ ਲੈ ਕੇ ਆਉਣਾ। ਅੱਜ ਸਾਡੇ ਸਾਹਮਣੇ ਆਰਾ ਨਹੀਂ ਹੈ, ਚਰਖੜੀ ਨਹੀਂ ਹੈ, ਬੰਦ ਕੱਟਣ ਵਾਲੀ ਗੱਲ ਨਹੀਂ ਹੈ, ਪਰ ਅੱਜ ਸਾਡੇ ਸਾਹਮਣੇ ਘਰ ਪਰਿਵਾਰ ਸੰਸਾਰ ਦੀਆਂ ਰਿਸਪੋਂਸੀਬਿਲਟੀਜ਼ ਨੇ, ਜ਼ਿੰਮੇਦਾਰੀਆਂ ਨੇ। ਉਹਨਾਂ ਦੇ ਵਿੱਚ ਕਿਤੇ ਆਰਥਿਕ ਕਮਜ਼ੋਰੀਆਂ ਨੇ, ਕਿਤੇ ਪਰਿਵਾਰਕ ਕਮਜ਼ੋਰੀਆਂ ਨੇ, ਕਿਤੇ ਸਰੀਰਕ ਕਮਜ਼ੋਰੀਆਂ ਨੇ। ਕਈ ਵਿਅਕਤੀ ਨੇ ਜੋ ਸਰੀਰ ਕਰਕੇ ਭਾਈ ਕਮਜ਼ੋਰ ਹੋ ਜਾਂਦੇ ਨੇ, ਕੰਮ 'ਤੇ ਨਹੀਂ ਜਾ ਪਾਉਂਦੇ। ਕਈਆਂ ਦੇ ਪਰਿਵਾਰਕ ਢਾਂਚੇ ਕਿਸੇ ਕਾਰਨ ਕਮਜ਼ੋਰ ਹੋ ਜਾਂਦੇ ਨੇ, ਧੀਆਂ ਪੁੱਤਰ ਅਲੱਗ ਹੋ ਕੇ, ਭੈਣ ਭਰਾਵਾਂ ਤੋਂ ਵਿਛੋੜਾ ਹੋ ਗਿਆ, ਅਤੇ ਕਈਆਂ ਦਾ ਭਾਈ ਆਰਥਿਕ ਢਾਂਚਾ ਕਮਜ਼ੋਰ ਹੋ ਜਾਂਦਾ ਹੈ। ਇਹ ਸੁਭਾਵਿਕ ਹੈ, ਸੰਸਾਰ ਹੈ ਨਾ। ਔਰ ਖ਼ਾਸ ਕਰਕੇ ਜੈਸਾ ਸਾਡੇ 'ਤੇ ਪਿਛਲੇ 2-2.5 ਸਾਲਾਂ ਤੋਂ ਸਮਾਂ ਗੁਜ਼ਰ ਰਿਹਾ ਹੈ, ਇਸ ਨੇ ਸਾਡਾ ਜੀਵਨ ਦਾ ਢੰਗ ਹੀ ਬਦਲ ਦਿੱਤਾ ਹੈ। ਸਮਾਜ ਦਾ ਸਿਨੈਰੀਓ ਹੀ ਬਦਲ ਗਿਆ ਹੈ। ਬਹੁਤ ਕੁਝ ਲੋਕ ਬਦਲ ਗਏ ਨੇ। ਮਨੋਵਿਗਿਆਨਿਕ ਲੋਕ ਤੇ ਕਹਿ ਰਹੇ ਨੇ ਆਉਣ ਵਾਲੇ ਜੇ ਹੋਰ ਸਮਿਆਂ ਦੇ ਵਿੱਚ ਆਰਥਿਕ ਪੱਖ 'ਤੇ ਸੁਧਰਦਾ ਜਾਏਗਾ, ਕਿਉਂਕਿ ਵਪਾਰ, ਸਕੂਲ, ਕਾਲਜ ਸਭ ਕੁਝ ਖੁੱਲ੍ਹ ਜਾਏਗਾ, ਪਰ ਸਾਡੀ ਮਾਨਸਿਕ ਦਸ਼ਾ ਐਡੀ ਛੇਤੀ ਠੀਕ ਨਹੀਂ ਹੋਣ ਲੱਗੀ। ਜਿਨ੍ਹਾਂ ਨੂੰ ਡਿਪਰੈਸ਼ਨ ਪੈ ਗਿਆ, ਉਹਨੂੰ ਠੀਕ ਹੁੰਦੇ 6-8 ਮਹੀਨੇ, ਸਾਲ ਲੱਗ ਜਾਏਗਾ। ਮਾਨਸਿਕ ਤੌਰ 'ਤੇ ਸਾਨੂੰ ਉੱਭਰਦਿਆਂ ਅਜੇ ਘੱਟੋ ਘੱਟ ਇੱਕ ਵਰ੍ਹਾ ਹੋਰ ਲੱਗੇਗਾ। ਗੁਰਸਿੱਖ ਫਿਰ ਇੱਥੇ ਖਲੋ ਕੇ ਕਹੇਗਾ ਆਨੰਦ ਹੈ। ਇਹੀ ਤੇ ਗੁਰਸਿੱਖੀ ਹੈ, ਇਹੀ ਗੁਰਸਿੱਖੀ ਬਾਰੀਕ ਹੈ। ਆਪਾਂ ਪੜ੍ਹਦੇ ਨੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਪੀੜੀ। ਇਹੀ ਗੁਰਸਿੱਖੀ ਬਾਰੀਕ ਹੈ। ਹਰ ਹਾਲ ਵਿੱਚ ਕਹਿੰਦਾ ਆਨੰਦ ਹੈ, ਆਨੰਦ ਹੈ, ਹਰ ਹਾਲ ਵਿੱਚ। ਤਾਂ ਤੇ ਕਹਿੰਦੇ ਨੇ ਆਨੰਦ ਸਭ ਕੋ ਕਹੈ। ਸਾਰੇ ਆਪਣੇ ਤਰੀਕੇ ਦਾ ਆਨੰਦ ਕਹਿੰਦੇ ਨਾ, ਪਰ ਆਨੰਦ ਗੁਰੂ ਤੇ ਜਾਣਿਆ। ਅਸਾਂ ਨੇ ਆਨੰਦ ਜੋ ਗੁਰੂ ਤੋਂ ਜਾਣਿਆ, ਉਹਦੇ ਰਸ ਵਿੱਚ, ਉਹਦੇ ਅਨੁਭਵ ਦੇ ਵਿੱਚ ਅਮੀਰੀਆਂ ਗਰੀਬੀਆਂ ਛੋਟੀਆਂ ਰਹਿ ਜਾਂਦੀਆਂ ਨੇ, ਸਰੀਰ ਦੇ ਤਨ ਦੇ ਦੁੱਖ ਸੁੱਖ ਘੱਟ ਵੱਧ ਜਾਂਦੇ ਨੇ। ਅਸਾਂ ਦਾ ਆਨੰਦ ਟੁੱਟਦਾ ਨਹੀਂ। ਸਾਡਾ ਆਨੰਦ ਟੁੱਟੇ ਨਾ। ਅਰਦਾਸ ਕਰੀ ਸੱਚੇ ਪਾਤਸ਼ਾਹ ਸਾਡੇ ਜੀਵਨ 'ਚ ਆਨੰਦ ਬਣਿਆ ਰਹੇ। ਗੁਰਸਿੱਖੀ ਦੇ ਵਡੇਰਿਆਂ ਬਜ਼ੁਰਗਾਂ ਦੀ ਸਾਖੀ ਪੜ੍ਹਦੇ ਅਤੇ ਮਹਾਂਪੁਰਖ ਕਹਿੰਦੇ ਨੇ ਆਨੰਦ ਵਿੱਚ ਰਹੋ, ਆਨੰਦ ਮਾਣੋ। ਆਨੰਦ ਮਾਣਨ ਦਾ ਮਤਲਬ ਅਮੀਰੀਆਂ ਨਹੀਂ ਹੁੰਦਾ। ਆਨੰਦ ਮਾਣਨ ਦਾ ਮਤਲਬ ਹੁੰਦਾ ਕਿ ਬਸ ਆਨੰਦ ਜਿੱਥੇ ਕੋਈ ਵਿਸੂਰਾ ਨਾ ਹੋਵੇ। ਅਸੀਂ ਕਦੇ ਕਦੇ ਪੜ੍ਹਦੇ ਆਏ, ਪੜ੍ਹਦੇ ਤੇ ਬਹੁਤ ਵਾਰਾਂ ਸਮਝੀਏ, ਕਦੇ ਕਦੇ ਇੱਕ ਪੌੜੀ ਪੜ੍ਹਦੇ ਨਾ, ਆਨੰਦ ਸੁਣ ਵਡ ਭਾਗੀਓ। ਹੁਣ ਕੀ ਸੁਣੇ, ਕੀ ਸੁਣੀਏ? ਕਿਉਂਕਿ ਲਾਥੇ ਸਗਲ ਵਿਸੂਰੇ, ਸਭ ਝੂਰਨੇ, ਸਭ ਵਿਸੂਰੇ, ਸਭ ਲੈ ਗਏ। ਉਸ ਮੁਕਾਮ 'ਤੇ ਸਾਨੂੰ ਸਤਿਗੁਰੂ ਪਹੁੰਚਾਉਂਦੇ ਨੇ। ਅਸਾਂ ਹੌਲੀ ਹੌਲੀ ਉਸ ਮੁਕਾਮ 'ਤੇ ਪਹੁੰਚਣਾ ਹੈ, ਕਿਉਂਕਿ ਸਾਡਾ ਸਮਾਂ ਇੱਥੇ ਪਹੁੰਚਦਾ ਜਾ ਰਿਹਾ ਹੈ। ਅਸੀਂ ਪਿੱਛੇ ਨਾ ਕਿਤੇ ਰਹਿ ਜਾਈਏ। ਗੁਰਦੇਵ ਕਿਰਪਾ ਕਰਨ ਅਸੀਂ ਸਮੇਂ ਦੇ ਹਾਣੀ ਹੋ ਜਾਈਏ ਅਤੇ ਅਸੀਂ ਸਾਹਿਬ ਦੀਆਂ ਇਹਨਾਂ ਬਖਸ਼ਿਸ਼ਾਂ ਨੂੰ ਮਾਣ ਸਕੀਏ। ਕੱਲ੍ਹ ਅਸੀਂ ਇਹੀ ਗੱਲਾਂ ਨੂੰ ਸ਼ਬਦ ਲੜੀ ਵਿੱਚ ਸਮਝਣ ਦਾ, ਮੰਨਣ ਦਾ ਯਤਨ ਕਰ ਰਹੇ ਸਾਂ। ਅੱਜ ਉਸ ਤੋਂ ਅੱਗੇ ਚਲੇ ਵੀ ਇਹ ਸ਼ਬਦ ਆਨੰਦ ਬਣਦਾ ਕਿਵੇਂ ਹੈ?
ਅਸੀਂ ਇਸ ਆਨੰਦ ਨੂੰ ਮੰਨਣਾ ਚਾਹੁੰਦੇ ਹਾਂ ਕਿ ਜੋ ਹਰ ਵਕਤ ਆਨੰਦ ਹੀ ਬਣਿਆ ਰਹੇ। ਅਤੇ ਮਹਾਰਾਜ ਦੱਸ ਰਹੇ ਸਨ, ਇਹ ਆਨੰਦ ਜਿਹੜਾ ਹਰ ਸਮੇਂ ਦਾ ਆਨੰਦ ਹੈ, ਇਹ ਉਹਨਾਂ 'ਤੇ ਬਣਦਾ ਹੈ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ, ਜਿਹੜੇ ਸ਼ਬਦ ਦੇ ਦਾਇਰੇ ਵਿੱਚ ਆ ਜਾਂਦੇ ਨੇ, ਜੋ ਸ਼ਬਦ ਦੇ ਤਹਿਤ ਆ ਜਾਂਦੇ ਨੇ, ਸ਼ਬਦ ਦੇ ਵਿੱਚ ਸਦਕੇ ਆਪਣੇ ਮਨ ਦੀਆਂ ਵਧ ਰਹੀਆਂ ਤਰੰਗਾਂ ਨੂੰ, ਆਪਣੇ ਮਨ ਦੀਆਂ ਇਹਨਾਂ ਭਾਵਨਾਵਾਂ ਨੂੰ ਰੋਕ ਲੈਂਦੇ ਨੇ, ਜਿਹਨੂੰ ਕਿ ਸ਼ਬਦ ਹਮ ਸ਼ਬਦ ਮੂਹੇ ਸ਼ਬਦ ਮਾਰ ਜੀਵਾਲੇ, ਕੱਲ੍ਹ ਆਪਾਂ ਵਾਚ ਰਹੇ ਸਾਂ। ਮੇਰੇ ਅੰਦਰ ਦੇ ਜੋ ਮੈਂ ਦਾ ਭਾਵ ਸੀ, ਸ਼ਬਦ ਦੇ ਸਦਕੇ ਮਰਿਆ, ਸ਼ਬਦ ਨੇ ਪੁਨਰ ਜੀਵਿਤ ਕੀਤਾ, ਸ਼ਬਦ ਨੇ ਹੀ ਸਾਨੂੰ ਸਵਾਰ ਦਿੱਤਾ। ਇਹ ਗੱਲ ਅਸੀਂ ਕੱਲ੍ਹ ਵਾਚ ਰਹੇ ਸਾਂ। ਅੱਜ ਮਹਾਰਾਜ ਥੋੜ੍ਹੀ ਜਿਹੀ ਅਗਲੀ ਗੱਲ ਕਰਦੇ ਨੇ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਜਿਹੜੇ ਜੀ ਸੰਸਾਰ ਵਿੱਚ ਤੁਰੇ ਫਿਰਦੇ ਆ, ਅਸੀਂ ਕਿਸੇ ਦੀ ਗੱਲ ਮਤ ਕਰੀਏ, ਕੋ ਆਕਾਂ ਅਨਮਤਾਂ ਦਾ ਕੀ ਕਰਦਾ, ਕਿਉਂ ਕਰਦਾ ਪਿਆ, ਠੀਕ ਹੈ, ਉਹ ਜੋ ਕਰਦਾ ਕਰੀ ਜਾਏ। ਪਰ ਕਿਉਂਕਿ ਅਸੀਂ ਆਪਣੇ ਗੁਰੂ ਕੇ ਸਿੱਖਾਂ ਦੀ ਗੱਲ ਕਰਦੇ ਹਾਂ, ਆਪਣੀ ਗੱਲ ਕਰਦੇ ਹਾਂ, ਗੁਰਸਿੱਖਾਂ ਦੀ ਗੱਲ ਕਰਦੇ ਹਾਂ, ਜਿਹੜੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਉਂਦੇ ਨੇ, ਜਾਂਦੇ ਨੇ, ਬਹਿੰਦੇ ਨੇ, ਦੁੱਖ ਸੁੱਖ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਕਰਦੇ ਨੇ, ਹੁਣ ਉਹਨਾਂ ਦੇ ਬਾਬਤ ਹੈ ਜਿਹੜੇ ਅਸੀਂ ਆਪਣੇ ਗੁਰੂ ਨੂੰ ਤੇ ਗੁਰੂ ਕਹਿੰਦੇ ਹਾਂ, ਪਰ ਕੀ ਆਪਣੇ ਗੁਰੂ ਦੇ ਸ਼ਬਦ ਨੂੰ ਜਾਣਦੇ ਹਾਂ? ਇਹ ਗੱਲ ਸਾਡੇ ਜੀਆਂ ਵਾਸਤੇ ਬਹੁਤ ਗਹਿਰੀ ਹੈ। ਅਸਾਂ ਦੇ ਬਹੁਤ ਲੋਕ, ਸਾਡੇ 'ਚ ਬਹੁਤ ਗਿਣਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ, ਦੁੱਖ ਸੁੱਖ ਦੀਆਂ ਗੱਲਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕਰਦੇ ਆ, ਆਪਣੀਆਂ ਸੁਖਣਾਵਾਂ ਕਾਮਨਾਵਾਂ ਸਭ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਕਰਦੇ ਆ, ਪਰ ਕੀ ਅਸਾਂ ਕਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ? ਮਹਾਰਾਜ ਕਹਿਣ ਲੱਗੇ, ਹੈ ਤੇ ਸਾਡੇ ਆਪਣੇ ਪਰਿਵਾਰਾਂ ਦੇ ਲੋਕ ਪਰੰਦੇ ਬੋਲੇ ਨੇ। ਜਿਵੇਂ ਘਰ ਵਿੱਚ ਕਈ ਵਾਰ ਕੋਈ ਜੀਅ ਹੁੰਦੇ, ਨਾਲੇ ਦੁਆਲੇ ਆਪਣਾ ਸਮਾਜ ਵਿੱਚ ਵੇਖਾਂਗੇ, ਸਾਡੇ ਪਰਿਵਾਰਾਂ ਦੇ ਜੀਅ ਨੇ, ਚੰਗੇ ਰਿਸ਼ਤੇਦਾਰ ਨੇ, ਪਰ ਅੰਧੇ ਬੋਲੇ ਹੋਣ 'ਤੇ ਕੀ ਕਰੀਏ? ਉਹਨਾਂ ਦਾ ਦੁੱਖ ਸੁੱਖ ਵਿੱਚ ਸਾਂਝੇ ਖਲੋਤੇ ਹੁੰਦੇ ਨੇ, ਉਹਨਾਂ ਨੂੰ ਚੰਗੇ ਪਰਿਵਾਰ ਦੇ ਜੀ ਕੱਪੜੇ ਪਾ ਕੇ ਸਾਡੇ ਆਪਣੇ ਪਰਿਵਾਰਾਂ ਦੇ ਦੁੱਖ ਸੁੱਖ ਲੈ ਆਉਂਦੇ ਨੇ, ਪਰ ਉਹਨਾਂ ਨੂੰ ਚੂੰਕਿ ਅੰਧੇ ਨੇ, ਸਾਡੇ ਦੁੱਖ ਸੁੱਖ ਦਿਖਦੇ ਨਹੀਂ, ਸਾਡੀ ਖੁਸ਼ੀਆਂ ਦੇ ਰਸ ਨੂੰ ਦੇਖ ਨਹੀਂ ਸਕਦੇ, ਅਤੇ ਬੋਲੇ ਨੇ, ਦੱਸ ਵੀ ਨਹੀਂ ਸਕਦੇ, ਸੁਣ ਵੀ ਨਹੀਂ ਸਕਦੇ। ਅਤੇ ਚੇਤਾ ਰੱਖਣਾ, ਜੋ ਬੋਲੇ ਹੁੰਦੇ ਨੇ ਉਹ ਮੈਕਸੀਮਮ ਗੂੰਗੇ ਵੀ ਹੁੰਦੇ, ਜੋ ਪੈਦਾਇਸ਼ੀ ਬੋਲੇ ਨੇ ਅਤੇ ਪੈਦਾਇਸ਼ੀ ਗੂੰਗੇ ਵੀ ਹੋਣਗੇ। ਉਹ ਨਾ ਦੇਖ ਸਕਦੇ ਨੇ, ਨਾ ਸੁਣ ਸਕਦੇ ਨੇ। ਇਸ ਹਾਲਤ ਸਾਡੇ ਬਹੁਤੇ ਲੋਕਾਂ ਦੀ ਆ। ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ, ਗੁਰੂ ਸਾਹਿਬ ਨੂੰ ਪੂਜਦੇ ਹਾਂ, ਗੁਰੂ ਨੂੰ ਗੁਰੂ ਕਹਿੰਦੇ ਹਾਂ, ਪਰ ਗੁਰੂ ਦੇ ਬਾਬਤ ਨਾ ਸਾਂ ਕਦੇ ਦਰਸ਼ਨ ਕੀਤਾ ਅਤੇ ਨਾ ਗੁਰੂ ਦਾ ਕਦੇ ਬਚਨ ਸੁਣਿਆ ਸਾਂ। ਅਸੀਂ ਬਹੁਤੇ ਜੀ ਗੁਰੂ ਕਾ ਬਚਨ ਨਹੀਂ ਸੁਣਦੇ, ਕਹਿੰਦੇ ਹਾਂ ਠੀਕ ਹੈ ਜੀ, ਠੀਕ ਹੈ, ਕਾਰ ਵਿਹਾਰ ਅਸੀਂ ਕਰਦੇ ਹਾਂ। ਮਹਾਰਾਜ ਅੱਜ ਕਹਿਣ ਲੱਗੇ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਭਾਈ ਜਿਹੜੇ ਸ਼ਬਦ ਨੂੰ ਨਹੀਂ ਜਾਣ ਪਾਏ, ਫਿਰ ਉਹਨਾਂ ਨੂੰ ਕੀ ਕਹੀਏ? ਉਹ ਸੁਜਾਖੇ ਨੇ, ਉਹਨੂੰ ਕੀ ਬਹੁਤ ਸਰੋਤ ਚੰਗੀ ਉਹਨਾਂ ਦੀ ਨਹੀਂ, ਅੰਧੇ ਤੇ ਬੋਲੇ ਨੇ। ਅਤੇ ਅੰਧੇ ਬੋਲੇ ਕਿਹਨਾਂ ਨੂੰ ਕੀ ਹੈ? ਇੱਕ ਬੜਾ ਪਿਆਰਾ ਬਚਨ ਸੀ, ਪਾਠ ਕਰਦਿਆਂ ਪੜ੍ਹਿਆ ਨੇ, ਮਾਇਆ ਧਾਰੀ ਅਤ ਅੰਨਾ ਬੋਲਾ। ਹੁਣ ਕਿਤੇ ਜੋ ਨਾ ਸ਼ਬਦਾਂ ਦੇ ਅੰਦਰ ਵਰਤੇ ਹੋਏ ਬੋਲਾਂ, ਸ਼ਬਦਾਂ ਨੂੰ ਸਮਝਣਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਮਾਇਆ ਧਾਰੀ ਹੀ ਸ਼ਬਦ ਨੂੰ ਨਹੀਂ ਜੇ ਸੁਣਦਾ। ਮਾਇਆ ਧਾਰੀ ਦਾ ਮਤਲਬ ਕੇਵਲ ਅਮੀਰ ਹੀ ਨਹੀਂ, ਠੀਕ ਹੈ, ਅਮੀਰ ਤੇ ਰੋਗ ਹੁੰਦਾ ਹੀ ਹੁੰਦਾ ਹੈ। ਬਹੁਤ ਸਾਰੇ ਉਹ ਲੋਕ ਵੀ ਨੇ ਜੋ ਗਰੀਬ ਵੀ ਨੇ, ਪਰ ਗੁਰਬਾਣੀ ਨਹੀਂ ਸੁਣਦੇ, ਗੁਰੂ ਸ਼ਬਦ ਨਹੀਂ ਸੁਣਦੇ, ਕਿਉਂਕਿ ਉਹ ਵੀ ਤੇ ਮਾਇਆ ਧਾਰੀ ਨੇ। ਮਾਇਆ ਧਾਰੀ ਦਾ ਮਤਲਬ ਹੁੰਦਾ ਹੈ ਜਿਨ੍ਹਾਂ ਨੇ ਮਾਇਆ ਨੂੰ ਧਾਰਨ ਕਰ ਲਿਆ। ਚਾਹੀਦਾ ਤੇ ਇਹ ਹੈ ਕਿ ਅਸੀਂ ਗੁਰਮਤ ਨੂੰ ਧਾਰਨ ਕਰੀਏ, ਪਰ ਅਸੀਂ ਬਹੁਤੇ ਜੀ ਗੁਰਮਤ ਨੂੰ ਧਾਰਨ ਨਹੀਂ ਕਰ ਪਾ ਰਹੇ, ਅਸਾਂ ਨੇ ਮਾਇਆ ਨੂੰ ਧਾਰਨ ਕਰ ਲਿਆ। ਹੁਣ ਧਾਰਨ ਕਰਨ, ਜਿਵੇਂ ਅਸੀਂ ਕਹੀਏ, ਆ ਕੱਪੜੇ ਅਸਾਂ ਧਾਰਨ ਕੀਤੇ ਨੇ, ਗਲਾਂ ਦੇ ਵਿੱਚ ਅਸਾਂ ਹਾਰ ਪਾਏ ਹੁੰਦੇ ਨੇ, ਅਸਾਂ ਕਕਾਰ ਪਾਏ ਹੁੰਦੇ ਨੇ, ਇਹ ਸਭ ਧਾਰਨ ਕੀਤਾ ਹੋਏ। ਭਈ ਅਸਾਂ ਨੇ ਬਾਹਰੋਂ ਲਿਆ, ਉਹਦਾ ਮਾਣ ਸਨਮਾਨ ਕੀਤਾ, ਚੰਗਾ ਲੱਗਾ, ਅਸਾਂ ਉਹਨੂੰ ਧਾਰਨ ਕਰ ਲਿਆ। ਇਸੇ ਤਰ੍ਹਾਂ ਕਿਉਂਕਿ ਗੁਰਸ਼ਬਦ ਸੂਖਸ਼ਮਤਰ ਹੈ,
ਇਹ ਧਾਰਨ ਹੁੰਦਾ ਹੈ, ਇਹ ਹਿਰਦੇ ਕਰਕੇ ਧਾਰਨ ਹੋਵੇਗਾ। ਅਤੇ ਅਨਮਤਾਂ ਲੋਕਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸੰਸਾਰ ਦੇ ਵਿੱਚ ਨੇ। ਮਹਾਰਾਜ ਕਹਿਣ ਲੱਗੇ ਜਿਹੜੇ ਸ਼ਬਦ ਨਾ ਸੁਣੇ ਸੇ ਅੰਨੇ ਬੋਲੇ, ਮਾਇਆ ਧਾਰੀ ਅਤ ਅੰਨਾ ਬੋਲਾ। ਉਹ ਕੀ ਕਰਦਾ ਹੈ? ਸ਼ਬਦ ਨਾ ਸੁਣਈ, ਉਹ ਬਹੁਤ ਕੁਝ ਹੋਰ ਕਰ ਜਾਂਦਾ ਹੈ। ਇੱਥੇ ਆਉਂਦਾ ਹੈ, ਇੱਥੇ ਬੋਲ ਕੇ ਚਲਾ ਜਾਂਦਾ ਹੈ, ਪਰ ਸ਼ਬਦ ਨਹੀਂ ਸੁਣਦਾ। ਅਸੀਂ ਵੇਖਿਆ ਹੋਣਾ ਹੈ, ਲੋਕ ਇੱਥੇ ਆਉਂਦੇ ਨੇ, ਬਸ ਆਪਣੀਆਂ ਹੀ ਰੋਲ ਘਚੋਲੀਆਂ ਗੱਲਾਂ ਪਾਈ ਫਿਰਦੇ ਨੇ, ਸ਼ਬਦ ਤੇ ਨਹੀਂ ਸੁਣਦੇ। ਖਾਸ ਕਰਕੇ ਅਸੀਂ ਗਾਹੇ ਬਗਾਹੇ ਇੱਥੇ ਹੀ ਕਿਤੇ ਹੋਰ ਨਾ ਜਾ ਕੇ ਦੇਖਣਾ। ਆਹ ਸਤਸੰਗਤ ਦੇ ਸੁਬਾਹ ਸ਼ਾਮ ਦੀ ਸੰਗਤਾਂ ਤੋਂ ਬਿਨਾਂ ਜਿਹੜੇ ਦੁਪਹਿਰੇ ਪ੍ਰੋਗਰਾਮ ਹੁੰਦੇ ਨਾ, ਆਪਾਂ ਕਹਿੰਦੇ ਪ੍ਰੋਗਰਾਮ ਹੋ ਗਿਆ ਖੁਸ਼ੀਆਂ ਅਤੇ ਗਮੀਆਂ ਦੇ, ਕਿਤੇ ਉੱਥੇ ਦੇਖਣਾ ਕੀਰਤਨੀਆਂ ਕਿਤਨਾ ਬਿਹਤਰੀਨ ਤਰੀਕੇ ਨਾਲ ਕੀਰਤਨ ਕਰ ਰਿਹਾ ਹੋਵੇ, ਸ਼ਾਇਦ 5 ਜਾਂ 10% ਸਰੋਤੇ ਮਿਲ ਜਾਣ ਤੇ ਬੜੀ ਮੁਬਾਰਕ ਹੁੰਦੀ ਹੈ। ਨਹੀਂ ਤੇ ਸਭ ਨੇ ਆਪਣਾ ਆਪਣਾ ਰੁਲ ਘਚੋਲਾ ਹੀ ਪਾਇਆ ਹੁੰਦਾ ਹੈ। ਕੌਣ ਆਇਆ, ਕੌਣ ਗਿਆ, ਚਾਹ ਪੀਤੀ, ਨਹੀਂ ਪੀਤੀ, ਰੋਟੀ ਖਾ ਲਓ, ਚਾਹ ਪੀ ਲਓ, ਆਹ ਕਰ ਲਓ, ਆਹ ਕਰ ਲਓ। ਕੌਣ ਇੱਕ ਦੂਜੇ ਨੂੰ ਹਾਏ ਹੈਲੋ ਤੋਂ ਪਹਿਲਾਂ ਫੁਰਸਤ ਹੀ ਨਹੀਂ ਹੁੰਦੀ। ਉਹ ਰੁਲ ਘਚੋਲਾ ਇੱਥੇ ਪਿਆ ਹੁੰਦਾ। ਠੀਕ ਹੈ, ਬਸ ਟਾਈਮ ਪਾਸ ਕਰਨ ਵਾਸਤੇ ਕੀਰਤਨੀ ਰਾਗੀ ਲੱਗੇ ਨੇ, ਸੁਖਮਨੀ ਸਾਹਿਬ ਪਾਠ ਹੋ ਰਿਹਾ ਹੈ, ਪਾਠੀ ਪਾਠ ਕਰੀ ਜਾਂਦਾ ਹੈ। ਸਾਰੇ ਹਾਲ 'ਚ ਪਹਿਲਾਂ ਤਾਂ ਹੁੰਦਾ ਕੋਈ ਨਹੀਂ। ਜੇ 4 ਜੀ ਹੁੰਦੇ ਤਾਂ ਆਪਣੇ ਰੋਲ ਘਚੋਲੇ 'ਚ ਸ਼ਬਦ ਗੂੰਜ ਰਿਹਾ, ਸ਼ਬਦ ਚੱਲ ਰਿਹਾ, ਸ਼ਬਦ ਵਰਤ ਰਿਹਾ, ਪਰ ਸੁਣ ਨਹੀਂ ਰਿਹਾ, ਸੁਣ ਕੋਈ ਨਹੀਂ ਰਿਹਾ। ਔਰ ਸਾਡੀ ਅਧੋਗਤੀ ਇਸੇ ਕਰਕੇ ਹੈ, ਕਿਉਂਕਿ ਅਸੀਂ ਜਿਸ ਨੂੰ ਬੁਲਾ ਲੈਂਦੇ ਹਾਂ ਫਿਰ ਉਹਦੀ ਗੱਲ ਨਹੀਂ ਸੁਣਦੇ। ਕਲਪਨਾ ਤੇ ਕਰੀਏ ਨਾ, ਅਸੀਂ ਘਰ ਕਿਸੇ ਸੱਜਣ ਮਿੱਤਰ ਨੂੰ ਬੁਲਾਈਏ, ਉਹਦੀ ਗੱਲ ਨਾ ਸੁਣੀਏ, ਉਹਨੂੰ ਕਿੰਨਾ ਬੁਰਾ ਲੱਗਦਾ ਹੈ। ਸਾਨੂੰ ਕੋਈ ਬੁਲਾਵੇ ਅਤੇ ਸਾਡੇ ਨਾਲ ਗੱਲ ਹੀ ਕੋਈ ਨਾ ਕਰੇ, ਕਦੇ ਚਾਹ ਪੀ ਕੇ ਰੱਖਤੀ, ਬਸ ਮੁੜ ਕੇ ਬੰਦ ਪੁੱਛੇ ਨਾ ਤੂੰ ਕੌਣ ਹੈ, ਕਿੱਧਰੋਂ ਆਇਆ, ਅਸੀਂ ਕਹਿੰਦੇ ਸੱਦਿਆ ਕਿਉਂ ਸੀ? ਇਵੇਂ ਹੀ ਗੁਰੂ ਨੂੰ ਸੱਦਿਆ ਕਿਉਂ ਸੀ? ਤੁਸੀਂ ਸੱਦਿਆ ਹੈ, ਸਦਾ ਦਿੱਤਾ ਹੈ, ਕੀਰਤਨ ਕਰਵਾ ਰਹੇ ਹੋ, ਪਾਠ ਹੋ ਰਹੇ, ਕਿਉਂ ਕਰਵਾ ਰਹੇ ਹੋ ਜਦ ਸੁਣਦਾ ਹੀ ਕੋਈ ਨਹੀਂ, ਸੁਣਦੇ ਕੋਈ ਨਹੀਂ। ਕਿਉਂਕਿ ਅਸੀਂ ਸਮਝਿਆ ਲੋਗਨ ਅਸਾਂ ਤੁਸਾਂ ਨੇ ਰਾਮ ਖਿਲਾਉਣਾ ਜਾਣਾ, ਅਸਾਂ ਤੇ ਵਰਤ ਲਿਆ ਖਿਡੌਣਿਆਂ ਵਾਸਤੇ। ਮੈਂ ਬਹੁਤ ਪੁਰਾਣੇ ਇਤਿਹਾਸ ਨੂੰ ਪੜ੍ਹ ਕੇ ਦੇਖਿਆ, ਲੋਕ ਆਪਣੇ ਰਿਸ਼ਤੇਦਾਰ ਦਾ ਮਨ ਪਰਚਾਵੇ ਵਾਸਤੇ ਦਰਵਾਜ਼ਿਆਂ ਦੇ ਬਾਹਰ ਕੋਈ ਸਾਜੰਦੇ ਬਿਠਾ ਦਿੰਦੇ ਸਨ, ਉਹ ਸਾਜ਼ ਵਜਾਉਂਦੇ ਰਹਿੰਦੇ, ਮਹਿਮਾਨ ਆਉਂਦੇ ਜਾਂਦੇ। ਅੱਜ ਵੀ ਉਹ ਪਰੰਪਰਾ ਸੁਰਜੀਤ ਹੈ। ਬਹੁਤ ਪੁਰਾਣੇ ਰਾਜਪੂਤਾਂ ਦੇ ਰਜਵਾੜਿਆਂ ਦੇ ਘਰਾਂ 'ਚ ਵਿਆਹਾਂ 'ਤੇ ਜਾਈਏ ਨਾ, ਦਰਵਾਜ਼ਿਆਂ ਦੇ ਦੋ ਪਾਸੇ ਮੁੱਖ ਦਰਵਾਜ਼ੇ 'ਤੇ ਸਾਜੰਦੇ ਬੈਠੇ ਹੁੰਦੇ ਨੇ। ਉਹ ਕੋਈ ਬੈਠਾ ਪੀਪਲੀ ਵਜਾ ਰਿਹਾ, ਕੋਈ ਟਪਲੀ ਵਜਾ ਰਿਹਾ, ਬਸ ਵਜਾ ਰਹੇ ਨੇ, ਲੋਕ ਆ ਰਹੇ ਨੇ ਅਤੇ ਲੋਕ ਜਾ ਰਹੇ ਨੇ, ਵੱਜ ਰਿਹਾ ਹੈ। ਬਹੁਤ ਵੱਡੇ ਹੋਟਲਾਂ 'ਚ ਦੇਖਿਆ ਆਉਣਾ, ਹਾਲ ਚੱਲ ਰਹੇ ਹੈ, ਲੋਕ ਖਾ ਪੀ ਰਹੇ ਨੇ, ਇੱਕ ਕਿਨਾਰੇ 'ਤੇ ਸਟੇਜ ਲੱਗੀ ਹੈ, ਕੋਈ ਪਿਆਨੋ ਵਾਲਾ, ਕੋਈ ਆਪਣਾ ਸਾਜ਼ਿਸ਼ ਲੈ ਕੇ 2-4 ਬੱਚੇ ਖੜ੍ਹੇ ਨੇ, ਉਹ ਬੈਂਡ 'ਚ ਗਾ ਰਹੇ ਨੇ। ਬਸ ਉਹਨਾਂ ਨਾਲ ਮਤਲਬ ਨਹੀਂ, ਉਹਨਾਂ ਨਾਲ ਮਤਲਬ ਨਹੀਂ, ਉਹਨਾਂ ਆਪਣੇ ਸਿਰਫ ਗਾਉਣ ਨਾਲ ਮਤਲਬ ਹੈ। ਜਿਹੜੇ ਬੈਠੇ ਨੇ ਉਹਨਾਂ ਨੂੰ ਗਾਉਣ ਨਾਲ ਕੋਈ ਮਤਲਬ ਨਹੀਂ। ਹਾਂ, ਉਹਨਾਂ ਦੇ ਵਿੱਚ 1-2% ਹੁੰਦੇ ਨੇ ਜਿਹੜੇ ਸੁਣ ਲੈਂਦੇ ਨੇ, ਹਾਂ ਬੜਾ ਸੋਹਣਾ ਗਾਇਆ। ਇਸੇ ਤਰ੍ਹਾਂ ਲੋਕ, ਕਿਉਂਕਿ ਉਹ ਮਨ ਪਰਚਾਵਾ ਹੈ। ਅਸਾਂ ਨੇ ਕਿਤੇ ਐਸਾ ਤੇ ਨਹੀਂ, ਸਾਡੇ ਬਹੁਤੇ ਜੀਆਂ ਨੇ ਗੁਰੂ ਸ਼ਬਦ ਨੂੰ ਮਨ ਪਰਚਾਵੇ ਦਾ ਸਾਧਨ ਬਣਾ ਲਿਆ, ਔਰ ਕਈ ਵਾਰ ਦੇਖੇ ਤਾਂ ਬਣਾ ਲਿਆ। ਅਫਸੋਸ ਲੱਗਦਾ ਉਦੋਂ ਅਸੀਂ ਗੁਰੂ ਕੇ ਸਿੱਖ ਹੋ ਕੇ ਕੀ ਕਰਦੇ ਹਾਂ, ਪਰ ਕੀ ਕਰੀਏ, ਸਾਡਾ ਜ਼ੋਰ ਨਹੀਂ ਚੱਲਦਾ। ਪਰ ਮਹਾਰਾਜ ਕਹਿੰਦੇ ਨੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਜਿਹੜੇ ਇੱਥੇ ਆ ਕੇ ਸ਼ਬਦ ਨੂੰ ਨਹੀਂ ਜਾਣਦੇ ਨੇ ਅਤੇ ਸ਼ਬਦ ਦਾ ਇੱਕ ਭਾਵ ਹੀ ਲੈਣਾ, ਗੁਰੂ ਕੇ ਹੁਕਮ ਨੂੰ ਸਮਝ ਹੀ ਨਹੀਂ ਪਾ ਰਹੇ, ਜਾਣ ਹੀ ਨਹੀਂ ਪਾ ਰਹੇ, ਫਿਰ ਥੋੜ੍ਹਾ ਜਿਹਾ ਅੱਗੇ ਬੋਲ ਭਾਰਾ ਹੋ ਜਾਂਦਾ। ਸੇ ਕਿਤਾਏ ਸੰਸਾਰਾ, ਉਹ ਜਗਤ ਵਿੱਚ ਕੀ ਲੈਣ ਆਏ ਨੇ? ਕਦੇ ਪੁੱਛਣਾ ਸੀ ਆਪਣੇ ਆਪ ਨੂੰ, ਜਗਤ ਵਿੱਚ ਕੀ ਲੈਣ ਆਏ ਆ? ਸਾਨੂੰ ਪਤਾ ਤਾਂ ਹੋਵੇ ਮਤਲੋਕ ਤੇ ਅਸੀਂ ਕੀ ਲੈਣ ਆਏ ਹਾਂ। ਆਏ ਹਾਂ, ਜਨਮੇ ਹਾਂ, ਮਰ ਜਾਣਾ, ਚਲੇ ਜਾਣਾ। ਕਿਤਨਾ ਸਮਾਂ ਸਾਨੂੰ ਮਿਲਿਆ ਪਤਾ ਤੇ ਨਹੀਂ, ਪਰ ਇਤਨਾ ਤੇ ਪਤਾ ਨਾ ਜਿਤਨਾ ਸਮਾਂ ਹੰਡਾ ਲਿਆ। ਜਿਨ ਕਿਸੇ ਨੇ 50 ਸਾਲ ਹੰਡਾ ਲਏ, ਕਿਸੇ ਨੇ 40-30 ਹੰਡਾ ਲਏ ਹੋਣਗੇ, ਕੋਈ 90 ਨੂੰ ਹੰਡਾਉਂਦਾ ਹੋਵੇਗਾ। ਅਸੀਂ ਕਿਹਦੇ ਵਾਸਤੇ ਆਏ, ਕੀ ਕਰ ਰਹੇ ਹਾਂ? ਅਸੀਂ ਜੋ ਇਕੱਠਾ ਕਰ ਰਹੇ, ਜੋ ਕਰ ਰਹੇ, ਕੀ ਉਹ ਸਾਡਾ ਹੈ? ਕੀ ਉਹ ਸਾਡੇ ਨਾਲ ਨਿਭੇਗਾ? ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਦੁਨੀ ਚੰਦ ਨੂੰ ਸੂਈ ਦਿੱਤੀ ਸੀ ਨਾ, ਅਤੇ ਕਿਹਾ ਸੀ ਰੱਖ ਲਾ ਸੇਠ ਸਾਹਿਬ, ਆਪਾਂ ਅੱਗੇ ਲੈ ਲਾਂਗੇ। ਉਹਨੇ ਉਦੋਂ ਪਕੜ ਤੇ ਲਈ ਹੈ, ਪਰ ਥੋੜ੍ਹੇ ਸਮੇਂ ਬਾਅਦ ਜਦੋਂ ਪਰਿਵਾਰ ਦੇ ਜੀਆਂ ਨਾਲ ਸਾਂਝ ਪਈ,
कहने लगे लै ये तो बड़ी वड्डी गल हो गई है, सूई बाबे ने दे ती दिती ते फड़ भी लई है, अगे किस तरह देंगे, अगे तो कुछ भी नहीं जाना। उत्ते फिर भी भाग जाग पे उहदे, उन्होंने समझ आ गई। वापस उन्हीं पैरी मुड़ आया, कहने लगा बाबा आ सूई रख अपने कोल, अगे नहीं ले जा सकता। महाराज ने समझाया, समझ आ गई ना कि सूई अगे नहीं जा सकती, तो इन्ना कुछ आडंबर की जाएगा। गल खाने पै गई, ਉਹਦੇ गल खाने पै गई, मलक भागो दे गल खाने पै गई है, नूर शाह दे गल खाने पै जाती है, कौडे दे गल खाने च पै जाती है, सज्जन दे गल खाने च पै जाती है, पर अफसोस साडे च नहीं पैंदी। असीं पढ़ते हाँ, सुनते हाँ, लंघ जाने हाँ। की लैण आए हाँ? सानू इत्थे आने कोई पुछे की लैण आए हो, तो की जवाब देंगे? असी शब्द पढ़न आयो, सुनन पढ़न को बाणी। असी बाणी पढ़न लई, बाणी सुनन लई आए हाँ, क्योंकि बाणी दे विच ज्ञान है, बाणी दे विच विचार है, विचार दे विच अमृत है। असी अमृत लैण आए हाँ। असी अमृत, बड़ा प्यारा बचन से इसे राग च कुछ दिन पहला पढ़े, जिस जल नित कारण तुम जग आए, सो अमृत गुर पाही जियो। इस करके पाई छोडो वेश भेख चतुराई, दुबदा ए फल नाही जियो। मन रे थिर रहो, मत कत जाही जियो। मना टिक जा, इथों कुछ मिलेगा। की मिलेगा? अमृत मिलेगा। किद्दां मिलेगा? विचार करके मिलेगा। विचार दे नाल ज्ञान प्राप्त हो जाएगा। उस वास्ते मैनूं शब्द पकड़ना पैना, शब्द पढ़ना पैना, शब्द सुनना पैना, शब्द विचारना पैना, शब्द विच जो महाराज कह रहे ने उसनूं मनना पैना। सुनिया मन्निया मन कीता भाव, नतीजा अंतरगत तीर्थ मल नहाओ। अंतरगत तीर्थ प्रगट हो जाएगा। कहने लगे भाई करना पैना, पर की करिए, लोग नहीं करते। कोई गल ना करन, लोग करन या ना करन, आपां लोकां दी गल ते करनी नहीं, आपां ते अपनी गल करनी है। क्योंकि इत्थे सिर्फ अपने इंडिविजुअल याद रखना, धर्म व्यक्तिगत हुंदा जे इंडिविजुअल। असीं कहने ना समूह कहे साडी कौम, फिलासफी दी गल्लां ने चंगियां लगदियां ने, पर धर्म व्यक्तिगत हुंदा है। धर्म तुसीं की करना चाहते हो, तुसीं की अपनी जिम्मेदारी निभा रहे हो, बस धर्म इन्ना की है। महाराज कहने लगे, शब्द न जाने से अन्ने बोले, से कित आए संसारा, हर रस ना पाया। बहुत जियां ने वाहिगुरु जी दे नाम रस नूं प्राप्त नहीं किया। असीं इत्थे पहुँचना है, असां शब्द पढ़े, इन्नी उम्र हो गई, सुन नितनेम करदे हैं, कथा कीर्तन करदे हैं, पाठ करदे हैं, पाठ सुनदे हैं, पर की असां इचों रस माणे है? कदे कोई दिन ही ऐसा आया होवे कि जिस दिन असीं शब्द सुनते सुनते, शब्द पढ़ते पढ़ते रस मगन हो जाइए। रस मगन होने का भाव हुंदा उतना कु समा, जितना समा असीं शब्द नाल जुड़े हाँ, दुनिया भुल जाइए, आला दोड़ा भुल जाए, रस मगन हो गए, उहदे विच लीन हो गए। हुण कोई पता नहीं कौन आया ते कौन गया। पर साडा समा कितना क है? पिछले 1 साल 2 सालों कदे ऐसा होया भी कीर्तन सुनद्या सुनद्या इन्ने लीन हो गए कीर्तन विच भी कदों लोगों ने की कीता सानूं पता ही नहीं लगा। नहीं, शायद नहीं होया, कदे कदाई किसी ना होया होवे ते मुबारकां। वो समा अमृत वेला जे, वो भावें दोपहरे बैठे होया, भावें शाम नूं बैठे होया, भावें सवेरे हो जाए, किते भी हो जाए, वो अमृत वेला हो जाता जे। गुरुदेव किरपा करन, कदे जप करन बैठिए, पाठ करन बैठिए, कीर्तन सुनन बैठिए, करन बैठिए, कथा सुनते करते बैठिए, बस रस मगनता छा जाए। एक बार समय की सीमा तो पार लंघ जाइए। समय की सीमा तो पार जाके तो देखिए बड़ा आनंद है उत्थे। कदे अनुभव होया होवे, पाठ करदे कीर्तन कथा करदे आला दोड़ा रह जे, केवल शब्द ही रह जे, तो थोड़ा समा भी ना लगता हा आनंद ही होण सी। महाराज कहने लगे, हर रस ना पाया, जिन्ना चਿਰ हरी रस नहीं आया उन्ना चਿਰ की होया, बिरथा जन्म गवाया। एवं तुरे फिरते हैं, रस तो है ही नहीं।
समझ लीए आ फल लगने ना, हुण कृपा देखना असां आला दुआला थोड़े दिनां नूं अंबां नूं बूर पै रहे है, फल लग जाने ने, 2-4 महीनों बाद पक जाने ने। पक्के फल आपां लैके आए, नपीड़ के देखिया कुछ रस ही ना होवे ते की कवांगे, एवें ही हुण तक उਡੀਕ करते रहे हैं। फल पक्या तो जरूर है पर रस ही कोई नहीं, तो जिस फल विच रस कोई ना होवे उस फल नूं सांभ के रखोगे, खरीदोगे ही नहीं। आपां बाजार च जाने आ ते बाजार वेचण वाले अजकल की रलवी मिलवी जी भाषा केवल बहुत जूसी है, बहुत जूसी है भाई, इस जूस बहुत जे, रस बहुत जे। असीं भज के उस टोकरी नूं पै जाने आ, 10 टोकरियां लोग लगा के बैठे होंदे आ, सानूं दिस रिहा हुंदा आ फल रसदायक है, भरिया पिया है, ਉਹਦੇ ਸਾਰੇ फल हथों हथ विक जाते हैं। दूजे पासे सुखे सुखे फल पा के मना मूही रख के लोग बैठे ने, उन्होंने कोई फ्री ले जाने तैयार कोई नहीं। याद रखना, रस विहीन फल नूं असीं फ्री ले जाने लई तैयार नहीं हाँ, तो रस विहीन जीवन कित्थे जाएगा। रस तो सखना जीवन कित्थों, कौन पूछेगा साड़ी बात, कोई नहीं पूछेगा साड़ी बात। साड़ी बात नहीं पूछी जानी, साढ़े अंदर जो नाम रस होया उसकी बात पूछी जानी है। याद रखना, सानू तो घर परिवार थोड़ा बहुता लोग जानते ने, पर पता क्यों जानते, असीं लोगों के काम आ रहे हाँ तां लोग जानते ने, धियां पुत्र तां पुछते ने उन्होंने काम आ रहे हैं, भैन भरा तां पुछते ने उन्होंने काम आ रहे हैं। तो जिस दिन असीं काम आउणों हट जाना, इन्हां परिवार के जीआं ने साल साल फोन भी नहीं करना। किसी मंजे ते पए व्यक्ति नूं पुछीए भी तेरे भैन भरा सज्जन मित्र जिहड़े रोज़ कोल खड़दे सी हुण किन्ने कु फोन करदे आ। हौली हौली समा घटन लग पैंदा, पहलां हाल चाल रोज़ पुछदे सन, फिर हफ्ते च हो गया, महीने च हो गया, हुण ते साल साल लंघ जांदा है, हुण कित्थे कौन फोन करदा है। मिलियां नूं भी कई साल हो जांदे ने, क्योंकि हुण साडा एक दूजे नाल कोई मतलब ही नहीं रह गया। क्योंकि मतलब तो एक दूजे दे काम आउणा सी, काम कोई नहीं तो मतलब काहदा, जिहदे नाल कोई काम नहीं उहदे नाल साडा काहदा मतलब, कौन निश्तार है। तो जिहदे नाल वाह पिया होवे, मतलब हल हो रहा होवे, असीं दिहाड़ी 3-3 वार फोन करी जाने। ते चेता रखना, इसे तरह जे मतलब ना पुछदे है ना, कीमत व्यक्ति की नहीं, कीमत अंदरले मतलब की है, कीमत अंदर दे काम दी है। तो साड़ी कीमत कित्थे होएगी, साडे अंदर रस होएगा तो साड़ी कीमत पेगी, रस ना होया तो कीमत नहीं पैनी। आ बोल ही बोल के देख लो, फिक्के बोल किन्ने क लोग सुनते ने, धियां पुत्र नहीं सुनते। मिठे बोल रस भरे बोल बोलीए तो आले दुआला गुआढ़ी पशु भी सुन लग पैंदे ने। महाराज कहन लगे, हर रस ना पाया बिरथा जन्म गवाया, जीवन भी चला जाता है, फिर की होंदा है। इस गल तीजी गल की है, जिन्हां दे जीवन विच रस नहीं भरिया, बाणी पढ़दे पढ़दे रस मगनता नहीं छाई, जीवन विच रस नहीं गा, आनंद नहीं गा, मिठास नहीं गा, फिर मिलेगा कि उन्होंने अल्टीमेट जो शरीर तो छुटेगा, आ जीवन सर्कल पूरा हो जाएगा, फिर मिलेगा। कहने लगे जन्म है फिर जन्म मिलेगा, पर इस बारी जरूरी नहीं कि मनुख ही बनाया जाए। दावा नहीं जे कि अगली बार जमांगे तो मनुख ही बनांगे, फिर इसे हाल में आके बैठांगे, ये कोई गारंटी नहीं जे कि अगली बारी फिर आपां नूं यही गुरुद्वारा साहब मिल जाएगा। कोई नहीं, हुण नहीं जपिया तो अगली बारी जप लांगे, अगली बारी की कोई गारंटी नहीं जे। अगली बारी तो जे किते डाढे दा हुक्म वरत गया तो हर बिन बैल बिराने हुई है, जे बैल बना दिता तो फिर की करांगे, जिन्हें पशु बनाता फिर की करांगे, तो कुछ समा जो उन्हें दीवारां 'च टक्करां मारनी छड्डता तो फिर की करांगे। मैं नहीं कहता भारा भारा बचन है, कदे पढ़ लेना, समा लगे ना एक बचन पढ़ लेना, अंत काल जो मंदिर सिमरे ऐसी चिंता मह जो मरै, प्रेत जोन बल बल अवतरै। अंत काल जो लक्ष्मी सिमरै ऐसी चिंता मह जो मरै, सर्प जोन बल बल अवतरै। ये शब्द कदे ठहर के पढ़ के देखना, किस चितवनी विचों दम निकलेगा। वो जिस चितवनी विच दम निकलेगा ना, जिन्हों वासना कहते ने, वासना उस पासे ले जाएगी, भटकते फिरांगे। पर चितवनी साढ़े नाम रस्ते आया ही नहीं, तो फिर इत्थे किवें आवांगे। मास्टर कह लगे जम है बारो बारा, जमदे रहांगे, उदों तक जन्म मिलता रहेगा
जद तक मुड़ किते कोई गुरमुख नहीं मिलता फिर वो इत्थे लैके नहीं आउंदा, तद तक भटकते रहांगे। फिर अगला बचन होर भारा जे, फिर हालात पता की हो जाती है। जिन्होंने आ जीवन मिलिया है, जीवन विच नाम रस नहीं प्राप्त कर सके ते जन्म ते मिलते ने, वो जन्म फिर कित्थे डिगते ने, किन्ने नीवें चले जाते हैं। क्योंकि असीं कैटागरियां देखते होंदे ना, किन्ना स्टैप टू स्टैप थले डिग पैने आ। बिस्ता के कीड़े बिस्ता मैं समाणे, है तो जीवन ना, भी है तो वही जन्म ना। गंदगी दे विच जन्म हुंदा है, गंदगी दे विच ही 2-4 घड़ियां जीवन मिलता है तो गंदगी विच ही मर जाता है। उन्होंने जीवन तो मिलता है ना, जन्म तो मिलता है ना, तो मौत भी मिलती है। रखना बिस्ता के कीड़े नूं भी जन्म मिलता है, जीवन मिलता है, मौत मिलती है। पशु पक्षियों नूं भी जन्म मिलता है, जीवन मिलता, मौत मिलती है। सानू भी जन्म मिले, जीवन मिले तो मौत मिलती है। ये चीज़ां करते दे हत्थ विच ने, पर जन्म कित्थे मिलेगा ये सानू तो नहीं पता ना। बेनती करी महाराज आ जीवन दिता है, अगला जन्म ये तो उपर दे लैवलों ते होवे, ते मनुख जौन तो उपर लैवल कोई नहीं। मनुख जोन विच लैवल उपर हैगे ने साडे तो, उन्होंने को धन ज़्यादा है, सुख सुविधावां ज़्यादा ने, एक पासा ज़्यादा है, उन्होंने को नाम रस ज़्यादा है, बाणी ज़्यादा है, ज्ञान ज़्यादा है, दूजे पासे तो ज़्यादा ने। साडे तो उच्चे लैवल भी हैगे ने, पर वो तां ही मिलेगा ना जे असां इत्थे आ लैवल ते कम से कम हंडा लिया, आ लैवल ते पूरा कर लिया, तां करे लैवल ते जावां। इत्थे चेता रखना इन्हां इम्तिहानां च फेल हो जाइए तो नीवें डिग जाईदा है। स्कूलिंग दे विच वेखिया होना कदे कदे आपने, बच्चे सिफारिश ना दूजी तीजी जमाते चढ़ गए, किसी कारण स्कूल बदल गया, अध्यापक बदल गए, वो फेल करके फिर पहली च खड़ा कर देंदे ने, क्योंकि थले सुट देंदे ने। महाराज कहने लगे मर जमै वारो वारा, बार बार जम जम मरै मरै फिर जमै, बहुत सजाए पया देश लमै, बिस्ता के कीड़े बिस्ता मह समाणे, मनमुख मुग्ध गुबारा। ये मनमुख लोग जिहड़े नाम रस नूं नहीं प्राप्त कर पाए, जन्म ते मिल जाते ने, पर जन्म जरूरी नहीं कि मनुखा वाले मिल जान, जरूरी नहीं कि तोतियां वाले मिलणगे फल खावांगे, बिस्ता के कीड़े वाला जन्म भी मिल सकता है। जन्म तो है, पर जन्म जरूरत नहीं कि भौरे वाला मिल जाएगा, आप सुगंधा विच रहना है। नहीं नहीं, जन्म भूंड वाला भी तो मिल जाता ना, कूड़े करकट ते गंदगी दे विच भी तो जन्म हुंदा है ना। महाराज कहने लगे सावधान रहिए। फिर बेनती करे करिए सच्चे पातशाह, आपे कर वेखै मार्ग लाए। आपे कर वेखै, 3 शब्द बड़े गहरे ने। आपे कर, करदा सारा संसार की रचना तो आपे कर कर वेखै, साडी सारे जीवन की रचना उन्हें की है, तो सानू कीता होया है, कीतियां होयां नूं वेखदा भी है। फिर असीं की करना है, असीं इस तरह निभना है कि वेखण वाला कहे भी चंगे आ। बच्चे जो मैदान च खेडते ने तो वेखिया होना, आ जिहड़े कोच होंदे इंतजाम करता उन्हें देख रहे होंदे ने, फिर उन्होंने देख के चोण करते हैं। आ कदे वेखिया आ बच्चे ग्राउंड च खेडते ने, इन्हां चों चोण करदे 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 कई लैवलों की चोण तो बाद विच नैशनल टीम वास्ते बच्चे चुने जाते हैं। खेडते तो बच्चे उही ना, पिंड के स्कूल ग्राउंड में उही बच्चा खेलता है, पर एक बच्चे की चोण नैशनल टीम वास्ते हो जाती है, एक बच्चा अपने स्कूल की टीम च भी थां नहीं बना पाता। खेडते तो दोवें ही ने, एक एक घर च रहिंदे ने, कई सके भैन भरा होंदे ने, कई सके भैन भरा जुड़वा होंदे ने, एक टीम च बहुत उच्चा चला जाता है, एक नूं कोई कोल नहीं आउण दिंदा, कहंदे ठीक खेडना है ना, तो समान समून चुक के लै कर ग्राउंड च आउण दा वक्त मिल जाएगा, पर समान समून चुक के लै जाया कर, ड्रिंक पानी लिया कर इन्हां लई। क्यों गया, क्यों इदां खेडिया हो कि खेडदियां खेडदियां जिहड़ी उहदे एग्जामिनर सन, जिहड़े चोण करता सन, उन्होंने चंगा लगा नहीं, इच है कुछ बच्चे च, इच पोटेंशियल है, इच बच्चे च दम है, ये जा सकता है, इनू ट्रेंड करो, एक तरक्की कर सकता है। याद रखना असी भी जीवन इस तरह जीवीए कि सानू जिन्हें कीता वो देखे भी हाँ इच दम है, इनू संगत च पा, ये कुछ कर सकता है, ये चढ़ाइयाँ चढ़ सकता है, ये दम है, ये तरक्की कर सकता है।
ਕਾਪੇ ਕਰ ਵੇਖੈ, ਫਿਰ ਜਦੋਂ ਵੇਖਦਾ ਫਿਰ ਮਾਰਗ ਲਾਏ। ਫਿਰ ਜਿਹੜੇ ਕੁਛ ਕਰਨ ਜੋਗੇ ਹੁੰਦੇ ਨੇ ਉਹਨਾਂ ਨੂੰ ਅਗਲਾ ਮਾਰਗ ਦਿੰਦਾ ਹੈ, ਜਿਹੜੇ ਕੁਛ ਕਰਨ ਜੋਗੇ ਨਹੀਂ ਹੁੰਦੇ, ਨਖਿੱਧ ਹੁੰਦੇ ਨੇ, ਉਹਨਾਂ ਨੂੰ ਕੋਈ ਰਾਹ ਅਗਲਾ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਕਈ ਬੱਚੇ ਹੁੰਦੇ ਨਾ, ਇੱਕ ਅੱਧੇ ਨੰਬਰ ਤੋਂ ਰਹਿ ਗਏ ਅਤੇ ਚੋਣ ਕਰਤਾ ਕਿ ਕੋਈ ਨਹੀਂ ਤੁਹਾਨੂੰ ਇੱਕ ਮੌਕਾ ਹੋਰ ਦੇਣੇ, ਇੱਕ ਟਰਾਇਲ ਹੋਰ ਕਰ ਲਾ, ਕਿਉਂਕਿ ਉਹਨੂੰ ਪਤਾ ਹੈ ਕਿ ਬੱਚੇ 'ਚ ਦਮ ਤੇ ਹੈ, ਪਰ ਕਿਤੇ ਗਲਤੀ ਹੋ ਗਈ। ਅਸੀਂ ਕੁਛ ਐਸਾ ਕਰੀਏ ਜਿਹਨਾਂ ਸਾਨੂੰ ਮਾਰਗ ਮਿਲ ਜੇ। ਉਹ ਸਾਨੂੰ ਕਿਹੜਾ ਗੁਰਮਤਿ ਮਾਰਗ ਮਿਲ ਜੇ, ਗੁਰਮਤਿ ਅਧਿਆਤਮਕ ਮਾਰਗ ਮਿਲ ਜੇ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ ਚੇਤਾ ਰੱਖਣਾ। ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜੇ ਅਗਲੇ ਮਾਰਗਾਂ 'ਤੇ ਲਿਜਾਣ ਵਾਲਾ, ਅਗਲੇ ਮੰਜ਼ਿਲਾਂ 'ਤੇ ਲਿਜਾਣ ਵਾਲਾ, ਉਹ ਆਪ ਹੀ ਆਪੇ, ਕਿਉਂਕਿ ਆਪ ਨੇ ਆਪੇ ਕੀਤਾ। ਜੋ ਧੁਰ ਲਿਖਿਆ ਸੋ ਕੋਈ ਨਾ ਮੇਟੇ ਭਾਈ। ਚੇਤਾ ਰੱਖਣਾ, ਸਾਡੇ ਮਸਤਕ 'ਤੇ ਲੇਖ ਜੋ ਲਿਖੇ ਨੇ ਉਹ ਦੁਨੀਆ ਦੀ ਕੋਈ ਤਾਕਤ ਨਹੀਂ 'ਚ ਮਿਟਾ ਸਕਦੀ। ਇਹ ਗੱਲ ਸਪਾਟ ਸਪਸ਼ਟ ਹੈ ਨਾ, ਦੁਨੀਆ ਦੀ ਕੋਈ ਤਾਕਤ ਨਹੀਂ। ਆਖਾਂ ਦੁਨੀਆ ਦੀ ਤਾਕਤ ਹੈ, ਪਰ ਦੁਨੀਆ ਦੇ ਉੱਤੇ ਇੱਕ ਤਾਕਤ ਹੋਰ ਹੈ, ਜਿਸ ਨੇ ਲਿਖਿਆ ਹੈ। ਜਿਸ ਨੇ ਲਿਖਿਆ ਹੈ ਉਹ ਮਿਟਾ ਸਕਦਾ ਜੇ। ਉਸ ਦੇ ਲਿਖੇ ਹੋਏ ਲੇਖ ਨੂੰ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਜੇ ਕੋਈ ਮਿਟਾ ਦੇਵੇ। ਦੁਨੀਆ 'ਚ ਕੋਈ ਐਸੀ ਤਾਕਤ ਨਹੀਂ ਸਾਡੇ ਭਾਗ ਬਦਲ ਦੇਵੇ। ਵੱਡੇ ਤੋਂ ਵੱਡਾ ਜੋਤਸ਼ੀ ਸਾਡੇ ਭਾਗਾਂ ਨੂੰ ਦੱਸ ਸਕਦਾ ਏ, ਮਿਟਾ ਨਹੀਂ ਸਕਦਾ। ਮਿਟਾਏਗਾ ਕੌਣ? ਜਿਸ ਨੇ ਲਿਖਿਆ ਹੈ। ਬੀਬੀ ਸੁਲੱਖਣੀ ਦੀ ਗਾਥਾ ਪੜ੍ਹਦੇ ਨਾ, ਬੇਟਾ ਤੇਰੇ ਭਾਗਾਂ 'ਚ ਸੰਤਾਨ ਨਹੀਂ ਹੈ, ਤੇ ਗੁਰਮੁਖ ਮਿਲੇ ਸੀ, ਕਹਿਣ ਲੱਗੇ ਕੋਈ ਗੱਲ ਨਹੀਂ ਮਹਾਰਾਜ, ਨਹੀਂ ਲਿਖੇ ਤੇ ਹੁਣ ਲਿਖ ਦਿਓ। ਇੱਥੇ ਬੈਠੇ ਆ, ਜੇ ਨਹੀਂ ਲਿਖੇ ਤੇ ਹੁਣ ਲਿਖ ਦਿਓ, ਕਿਉਂਕਿ ਹੋਰ ਤੇ ਕੋਈ ਲਿਖ ਨਹੀਂ ਸਕਦਾ ਨਾ। ਕਹਿਣ ਲੱਗੇ ਜੋ ਤੁਰ ਲਿਖਿਆ ਸੋ ਕੋਈ ਨ ਮੇਟੇ ਭਾਈ, ਕਰਤਾ ਕਰੇ ਸੋ ਹੋਈ। ਜੋ ਕਰਨ ਵਾਲਾ ਕਰਦਾ ਉਹ ਹੋ ਜਾਂਦਾ, ਲੱਭੋ ਬਦਲ ਦਿੰਦਾ, ਉਹ ਲਿਖ ਦਿੰਦਾ, ਮਿਟਾ ਕੇ ਇੱਕ ਥਾਂ 7 ਲਿਖ ਦਿੰਦਾ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਆਪਣੀ ਗੱਲ ਕਹਿੰਦੇ ਭਾਈ, ਹੁਣ ਤਾਂ ਗੁਰਮੁਖ ਦੇ ਸਿੱਖ ਦੇ ਹਿਰਦੇ 'ਚ ਨਾਮ ਹੀ ਨਾਮ ਵਸਿਆ। ਜਿੱਥੇ ਨਾਮ ਹੈ ਉੱਥੇ ਦੂਜਾ ਹੋਰ ਕੋਈ ਨਹੀਂ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ। ਨਾਨਕ ਇੱਕ ਭੁੱਲ ਚੁੱਕ ਦੇਖਿਵਾ, ਆਸੀਸ ਤੇ ਪਿਆਰ ਦਿੰਦਾ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।